बोले सोने हाल सास भी अकाल। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੋਂ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਤੇ ਸਿੱਖ ਰਾਜ ਦਾ ਵੱਖਰਾ ਆਨੰਦ। ਸਰਕਾਰਾਂ ਦੀਆਂ ਬਦਨੀਤੀਆਂ ਤੇ ਸਿੱਖ ਕੌਮ ਦੇ ਹਿਰਦਿਆਂ ਤੇ ਲੱਗੇ ਹੋਏ ਫੱਟ। ਸਿੱਖੀ ਉੱਤੇ ਸਵਾਲ ਕਰਨ ਵਾਲਿਆਂ ਨੂੰ ਦਿੱਤੇ ਜਾ ਰਹੇ ਜਵਾਬ। ਜੁੜੋ ਪ੍ਰੋਗਰਾਮ ਸਿੱਖੀ ਫॉर ਯੂਥ ਵਿੱਚ ਹਰੇਕ ਮੰਗਲਵਾਰ 4:30 ਵਜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਪ੍ਰੋਗਰਾਮ ਸਿੱਖੀ ਫॉर ਯੂਥ ਦੇ ਵਿੱਚ। ਜਿਵੇਂ ਕਿ ਹਰੇਕ ਵੀਕ ਸਾਡਾ ਇਹ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਸਿੱਖੀ ਬਾਰੇ, ਸਿੱਖੀ ਦੀ ਮਰਿਆਦਾ ਕੀ ਆ, ਸਿੱਖੀ ਦੇ ਵਿੱਚ ਕਿਹੜੀਆਂ ਚੀਜ਼ਾਂ ਜਿਹੜੀਆਂ ਨੋਟ ਕਰਨ ਵਾਲੀਆਂ। ਅੱਜ ਕੱਲ੍ਹ ਨੌਜਵਾਨਾਂ ਨੂੰ ਕਿਹੜੀਆਂ ਚੀਜ਼ਾਂ ਤੋਂ ਤੰਗੀ ਆ ਰਹੀ ਆ, ਨੌਜਵਾਨਾਂ ਨੂੰ ਕਿਹੜੇ ਪਾਸਿਓਂ ਹਮਲੇ ਹੋ ਰਹੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਸਿੱਖੀ ਹੈ ਕੀ ਆ, ਸਿੱਖੀ ਦੀ ਮਰਿਆਦਾ ਕੀ ਆ, ਸਿੱਖੀ ਦੀ ਮਹੱਤਤਾ ਕੀ ਆ। ਸੋ ਇਸ ਕਰਕੇ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਹਾਂ ਤੁਹਾਡੇ ਸਾਹਮਣੇ, ਜਿਹਦੇ ਵਿੱਚ ਅਸੀਂ ਜ਼ਿਆਦਾਤਰ ਤਾਂ ਵੈਸੇ ਅੰਗਰੇਜ਼ੀ 'ਚ ਬੋਲਦੇ ਹੁੰਦੇ ਹਾਂ, ਪਰ ਸ਼ੁਰੂਆਤ ਹਮੇਸ਼ਾ ਹੀ ਅਸੀਂ ਪੰਜਾਬੀ ਦੇ ਵਿੱਚ ਕਰਦੇ ਹੁੰਦੇ ਹਾਂ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਲੋੜ ਆ ਕਿ ਅਸੀਂ ਪੰਜਾਬੀ ਤੋਂ ਇਲਾਵਾ ਹੋਰ ਵੀ ਵੱਖਰੇ ਭਾਸ਼ਾਵਾਂ ਦੇ ਵਿੱਚ ਅਸੀਂ ਸਿੱਖੀ ਦਾ ਪ੍ਰਚਾਰ ਕਰੀਏ, ਤਾਂ ਕਿ ਨੌਜਵਾਨਾਂ ਨੂੰ, ਗੈਰ ਸਿੱਖਾਂ ਨੂੰ, ਹੋਰ ਲੋਕਾਂ ਨੂੰ ਪਤਾ ਹੋਵੇ ਕਿ ਸਿੱਖੀ ਹੈ ਕੀ ਆ, ਤਾਂ ਕਿ ਲੋਕਾਂ ਨੂੰ ਫ਼ਰਕ ਤਾਂ ਪਤਾ ਹੋਵੇ ਕਿ ਸਿੱਖੀ ਤੇ ਹੋਰ ਜਿਹੜੇ ਧਰਮ ਆ ਉਹਨਾਂ ਵਿੱਚ ਜਿਹੜਾ ਫ਼ਰਕ ਆ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਕੱਲ੍ਹ ਦੀ ਜੇ ਮੈਂ ਗੱਲ ਕਰਾਂ ਤਾਂ ਕੱਲ੍ਹ ਹੀ ਮੈਂ ਗਿਆ ਸੀ ਗੁਰਦੁਆਰੇ ਨੂੰ, ਤਾਂ ਉੱਥੇ ਬਾਹਰ ਕੋਈ ਗੋਰਾ ਸੀਗਾ ਅਤੇ ਉਹਨੇ ਮੈਨੂੰ ਕਿਹਾ ਕਿ ਮੌਸਕ ਦੇ ਵਿੱਚ ਕੀ ਹੋ ਰਿਹਾ। ਸੋ ਤੁਸੀਂ ਸਿੱਧਾ ਹੀ ਇਸ ਗੱਲ 'ਚੋਂ ਪਤਾ ਲੱਗ ਸਕਦਾ ਕਿ ਹਾਲੇ ਗੋਰਿਆਂ ਨੂੰ, ਹੋਰ ਲੋਕਾਂ ਨੂੰ ਹਾਲੇ ਤੱਕ ਇਗਨੋਰੈਂਸ ਬਹੁਤ ਆ ਲੋਕਾਂ ਦੇ ਵਿੱਚ, ਅਨਐਜੂਕੇਸ਼ਨ ਬਹੁਤ ਆ ਲੋਕਾਂ ਦੇ ਵਿੱਚ, ਸਾਡੇ ਯੂਥ ਦੇ ਵਿੱਚ ਬਹੁਤ ਅਨਐਜੂਕੇਸ਼ਨ ਆ ਜਿਹੜੀ ਉਹਨਾਂ 'ਚ ਐਜੂਕੇਸ਼ਨ ਭਰੀ ਆ, ਜ਼ਿਆਦਾਤਰ ਵਿਕੀਪੀਡੀਆ ਦੀ ਐਜੂਕੇਸ਼ਨ ਭਰੀ ਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ 'ਤੇ ਸੋਚਣਾ ਚਾਹੀਦਾ ਕਿ ਅੱਜ ਕੱਲ੍ਹ ਅਸੀਂ ਕਿੱਦਾਂ ਸਿੱਖੀ ਦਾ ਪ੍ਰਚਾਰ ਸਹੀ ਤਰੀਕੇ ਨਾਲ ਕਰੀਏ। ਸਾਡਾ ਪ੍ਰੋਗਰਾਮ ਹਮੇਸ਼ਾ ਹੀ ਐਵੀਡੈਂਸ ਬੇਸਡ ਹੁੰਦਾ। ਅਸੀਂ ਇਹ ਕਦੇ ਨਹੀਂ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਕੋਈ ਆਪਣੇ ਵੱਲੋਂ ਕੋਈ ਫੈਕਟ ਲਿਆਉਂਦੇ ਹੁੰਦੇ ਤੁਹਾਡੇ ਸਾਹਮਣੇ, ਕਿਉਂਕਿ ਸਿੱਖੀ ਦਾ ਪ੍ਰਚਾਰ ਜੇ ਅਸੀਂ ਸਹੀ ਤਰੀਕੇ ਨਾਲ ਕਰਨਾ, ਦੁਨੀਆ ਨੂੰ ਜੇ ਅਸੀਂ ਦਿਖਾਉਣਾ ਕਿ ਸਿੱਖੀ ਹੈ ਕੀ ਆ, ਤਾਂ ਫਿਰ ਸਾਨੂੰ ਐਵੀਡੈਂਸ ਦੇ ਆਧਾਰ 'ਤੇ ਸਾਨੂੰ ਗੱਲ ਕਰਨੀ ਪਵੇਗੀ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਇਹ ਸਹੀ ਗੱਲ ਕਰ ਰਹੇ ਆ ਜਾਂ ਗਲਤ ਗੱਲ ਕਰ ਰਹੇ ਆ। ਸੋ ਅੱਜ ਦਾ ਜਿਹੜਾ ਅਸੀਂ ਟੌਪਿਕ ਰੱਖਿਆ ਆ, ਅੱਜ ਦਾ ਵੈਸੇ ਇੱਕ ਸਵਾਲ ਆਇਆ ਸੀ ਕਿਸੇ ਨੌਜਵਾਨ ਮੁੰਡੇ ਤੋਂ ਜਿਹੜਾ ਪੰਜਾਬ ਦੇ ਵਿੱਚ ਵੱਸ ਰਿਹਾ, ਅਤੇ ਉਹਨੇ ਮੈਨੂੰ ਇੱਕ ਗੱਲ ਪੁੱਛੀ ਸੀ। ਕਾਫੀ ਯੰਗ ਮੁੰਡਾ ਸੀਗਾ, ਉਹਨੇ ਇੱਕ ਗੱਲ ਮੈਨੂੰ ਪੁੱਛੀ ਸੀ। ਉਹ ਕਹਿੰਦਾ ਸੀ ਕਿ ਭਾਜੀ 12 ਵਜੇ ਦਾ ਜਿਹੜਾ ਇਹ ਮਜ਼ਾਕ ਉਡਾ ਰਹੇ ਆ, ਇਹਦਾ ਜਵਾਬ ਕਿੱਦਾਂ ਦੇਣਾ, ਕਿਉਂਕਿ ਕਹਿੰਦਾ ਮੈਨੂੰ ਇਤਿਹਾਸ ਦਾ ਮਾੜਾ ਮੋਟਾ ਮੈਨੂੰ ਪਤਾ ਆ ਕਿ 12 ਵਜੇ ਦਾ ਜਿਹੜਾ ਮਜ਼ਾਕ ਲੋਕੀ ਅੱਜ ਕੱਲ੍ਹ ਉਡਾ ਰਹੇ ਆ ਕਿ ਸਿੱਖਾਂ ਦੇ 12 ਵੱਜ ਗਏ ਆ, ਜਾਂ ਹੋਰ ਇੱਦਾਂ ਦੀ ਕਈ ਚੀਜ਼ ਦੇ ਉੱਤੇ ਲੋਕੀ ਅੱਜ ਕੱਲ੍ਹ ਮਜ਼ਾਕ ਉਡਾ ਰਹੇ ਆ। ਕਾਰਟੂਨਸ ਵੀ ਬਣ ਰਹੇ ਆ ਇਹਨਾਂ ਚੀਜ਼ਾਂ ਦੇ ਉੱਤੇ, ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਾਂ ਸਿੱਖਾਂ ਦਾ ਮਜ਼ਾਕ ਉਡਾਉਣ ਵਾਸਤੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਬਣ ਰਹੇ ਆ, ਇਹਦਾ ਮਤਲਬ ਕੀ ਆ, ਅਤੇ ਉਹਦੇ ਨਾਲ ਮਤਲਬ ਦੇ ਨਾਲ ਜਵਾਬ ਕੀ ਇਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਜਿਹੜੇ ਇੱਦਾਂ ਦੀਆਂ ਗੱਲਾਂ ਕਹਿੰਦੇ ਆ। ਸੋ ਸ਼ੁਰੂ ਦੇ ਵਿੱਚ ਅਸੀਂ ਇਹਦੇ ਉੱਤੇ ਹੀ ਵਿਚਾਰ ਕਰਨੀ ਆ ਕਿ ਅੱਜ ਕੱਲ੍ਹ ਇਹ ਜਿਹੜਾ ਗੱਲ ਆ ਇਹ ਕਿਸ ਤਰ੍ਹਾਂ ਤੁਸੀਂ ਇਹਦਾ ਜਵਾਬ ਦੇ ਸਕਦੇ ਆ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਲੋਕੀ ਜ਼ਿਆਦਾਤਰ ਮੁੱਕੇ ਵੱਲੋਂ ਹੀ ਜਾਂਦੇ ਆ ਕਿ ਮੁੱਕਾ ਮਾਰੀਏ ਉਹ ਬੰਦੇ ਦੇ ਜਾਂ ਕੋਈ ਹੋਰ ਇੱਦਾਂ ਦਾ ਕੰਮ ਕਰੀਏ। ਪਰ ਮੁੱਕੇ ਤੋਂ ਪਹਿਲਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਆਪਣਾ ਗਿਆਨ ਖੜਗ ਵਰਤੀਏ, ਅਸੀਂ ਉਹ ਤਲਵਾਰ ਵਰਤੀਏ ਜਿਹਦੇ ਨਾਲ ਉਹਨਾਂ ਨੂੰ ਸੱਟ ਦੁੱਗਣੀ ਲੱਗੇ, ਪਰ ਕਹਿਣਾ ਕੁਛ ਆ ਅਤੇ ਕਰਨਾ ਕੁਛ ਪੈਂਦਾ ਨਹੀਂ। ਸੋ ਇਸ ਕਰਕੇ ਅਸੀਂ ਇੱਦਾਂ ਦਾ ਜਿਹੜਾ ਸਟੇਟਮੈਂਟ ਅਸੀਂ ਦੇਣਾ ਚਾਹੁੰਦੇ ਹਾਂ, ਸੰਗਤਾਂ ਨੂੰ, ਨੌਜਵਾਨਾਂ ਨੂੰ ਪਤਾ ਹੋਵੇ ਕਿ ਇਹਦਾ ਇਤਿਹਾਸ ਅਸਲ ਦੇ ਵਿੱਚ ਕੀ ਆ, ਕੀ ਸਿੱਖਾਂ ਨੇ 12 ਵਜੇ ਜਾਗ ਕੇ ਕੀ ਸਿੱਖਾਂ ਨੇ ਅਸਲ ਦੇ ਵਿੱਚ ਕੀਤਾ ਸੀਗਾ। ਸੋ
ਸ਼ੁਰੂ ਦੇ ਵਿੱਚ ਮੈਂ ਬੇਨਤੀ ਕਰਦਾ ਸੰਗਤਾਂ ਨੂੰ ਕਿ ਟੈਲੀਫੋਨਸ ਲਾਈਨਸ ਖੁੱਲ੍ਹੇ ਆ, ਤੁਸੀਂ ਕਾਲ ਕਰਕੇ ਆਪਣਾ ਵਿਚਾਰ ਵੀ ਤੁਸੀਂ ਰੱਖ ਸਕਦੇ ਆ। ਫੇਸਬੁੱਕ ਦੇ ਉੱਤੇ ਸਾਡਾ ਸ਼ੋਅ ਜਿਹੜਾ ਲਾਈਵ ਚੱਲ ਰਿਹਾ, ਤੁਸੀਂ ਫੇਸਬੁੱਕ ਦੇ ਉੱਤੇ ਵੀ ਤੁਸੀਂ ਆਪਣੇ ਕਮੈਂਟ ਪਾ ਸਕਦੇ ਆ, ਤਾਂ ਕਿ ਤੁਸੀਂ ਹੋਰ ਲੋਕਾਂ ਨੂੰ ਵੀ ਟਰਾਈ ਕਰ ਸਕਦੇ ਆ ਐਜੂਕੇਟ ਕਰਨਾ। ਪਰ ਜਿਹੜੀ ਗੱਲ ਕਰਨੀ ਆ, ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਐਵੀਡੈਂਸ ਦੇ ਆਧਾਰ 'ਤੇ ਜ਼ਰੂਰ ਗੱਲ ਕਰਨੀ ਆ, ਕਿਉਂਕਿ ਅੱਜ ਕੱਲ੍ਹ ਲੋੜ ਆ ਯੂਥ ਨੂੰ ਐਵੀਡੈਂਸ ਦੀ, ਦੁਨੀਆ ਦੇ ਲੋਕਾਂ ਨੂੰ ਐਵੀਡੈਂਸ ਦੀ ਲੋੜ ਆ। ਸੋ ਇਸ ਕਰਕੇ ਐਵੀਡੈਂਸ ਦੇ ਆਧਾਰ 'ਤੇ ਅਸੀਂ ਗੱਲ ਕਰਨੀ ਆ। ਸ਼ੁਰੂ ਦੇ ਵਿੱਚ ਕਵਿਤਾ ਇੱਕ ਤੁਹਾਨੂੰ ਸੁਣਾਉਂਦਾ, ਜਿਹੜਾ ਭਾਈ ਤਰਸੇਮ ਸਿੰਘ ਮੋਰਾਂ ਵਾਲੀ ਨੇ ਆਪਣੇ ਨਵੇਂ ਗੀਤ ਦੇ ਵਿੱਚ 12 ਸਰਦਾਰਾਂ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੋਇਆ। ਸਟਾਰਟਿੰਗ ਦੇ ਵਿੱਚ ਹੀ ਕਵਿਤਾ ਉਹਨਾਂ ਨੇ ਲਿਖੀ ਹੋਈ ਆ ਕਿ ਸ਼ਸਤਰ ਵਿੱਦਿਆ ਦੀ ਧਨੀਆ ਓਏ ਦੱਸ ਮੈਨੂੰ, ਤੇਗ ਤੜਫੀ ਨਾ ਉਦੋਂ ਮਿਆਨ ਅੰਦਰ, ਪਿੰਡਾਂ ਸ਼ਹਿਰਾਂ 'ਚੋਂ ਧੀਆਂ ਨੂੰ ਚੁੱਕ ਕੇ ਜਦ ਵੇਚਣ ਜਾਂਦੇ ਸੀ ਮੁਗਲ ਅਫਗਾਨ ਅੰਦਰ, ਲੁੱਟ ਤੀਰਥਾਂ ਦੀ ਗੱਲ ਸੀ ਆਮ ਹੋ ਗਈ, ਮੁਕਤੀ ਜਾਂਦੀ ਸੀ ਆਸ ਭਗਵਾਨ ਅੰਦਰ, ਜਾਂ ਤਾਂ ਪੜ੍ਹੋ ਕਲਮਾ ਜਾਂ ਫਿਰ ਜਾਣ ਦੇਵੋ, ਓਏ ਮੇਲੇ ਲੱਗੇ ਸੀ ਰਹਿੰਦੇ ਸ਼ਮਸ਼ਾਨ ਅੰਦਰ, 12 ਵਜੇ ਦੀ ਸਿੰਘਾਂ ਨੂੰ ਕਰੇ ਟਿੱਚਰ, ਆ ਜਾ ਕਰਾਂ ਵਾਧਾ ਤੇਰੇ ਗਿਆਨ ਅੰਦਰ, ਜੇਕਰ ਸਿੰਘਾਂ ਦੇ 12 ਨਾ ਵੱਜਦੇ ਤਾਂ ਹੁੰਦੇ ਤੁਰਕ ਹੀ ਤੁਰਕ ਹਿੰਦੁਸਤਾਨ ਅੰਦਰ। ਸੋ ਉਹਨਾਂ ਨੇ ਕਾਫੀ ਕਲੀਅਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਹੀ ਇਸ ਗਾਣੇ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਸਿੱਖਾਂ ਨੇ ਬਚਾਇਆ ਇਹਨਾਂ ਨੂੰ। ਅੱਜ ਕੱਲ੍ਹ ਬਹੁਤ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਸੀ ਕਿ ਅਸੀਂ ਬਾਦਸ਼ਾਹ ਹੁੰਦੇ ਸੀ, ਅਸੀਂ ਰਾਜਪੂਤ ਕਿੰਗਸ ਅਸੀਂ ਹੁੰਦੇ ਸੀ, ਅਸੀਂ ਇੰਨੇ ਵੱਡੇ ਵੱਡੇ ਯੋਧੇ ਸੀਗੇ, ਪਰ ਉਸ ਟਾਈਮ 'ਤੇ ਉਹ ਕਿੱਥੇ ਸੀਗੇ ਗਏ ਉਹ ਯੋਧੇ? ਉਹੀ ਜਿਹੜੇ ਯੋਧੇ ਸੀ ਉਹ ਆਪਣੇ ਧੀਆਂ ਭੈਣਾਂ ਨੂੰ ਵੇਚਦੇ ਸੀ ਮੁਗਲਾਂ ਦੇ ਨਾਲ। ਸੋ ਇੱਕ ਕਿਸਮ ਦਾ ਉਹਨਾਂ ਨੇ ਸੌਦਾ ਜਿਹਾ ਲਾ ਦਿੱਤਾ ਸੀ ਕਿ ਅਸੀਂ ਵੇਚਣੇ ਸੀ ਆਪਣੇ ਡਾਟਰਾਂ ਨੂੰ ਤਾਂ ਕਿ ਸਾਡਾ ਰਾਜ ਭਾਗ ਜਿਹੜਾ ਕਾਇਮ ਰਵੇ। ਸੋ ਇਸ ਕਿਸਮ ਦੇ ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਸਾਡਾ ਖਾਲਸਾ ਪੰਥ ਸਾਜਿਆ ਸੀ ਤਾਂ ਕਿ ਇੱਕ ਸੁਚੇਤ ਪੰਥ ਹੋਵੇ ਜਿਹਦੇ ਵਿੱਚ ਲੋਕਾਂ ਦੀ ਹਿਫਾਜ਼ਤ ਹੋ ਸਕੇ। ਸੋ ਇਸ ਕਰਕੇ ਸਾਡਾ ਜਿਹੜਾ ਖਾਲਸਾ ਪੰਥ ਆ ਉਹ ਇਹਨਾਂ ਕੰਮਾਂ ਦੇ ਵਿੱਚ ਸਭ ਤੋਂ ਅੱਗੇ ਰਿਹਾ ਕਿ ਲੋਕਾਂ ਨੂੰ ਬਚਾਉਣਾ, ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹੋਵੇ। ਸੋ ਓਬਵੀਅਸਲੀ ਜੇ ਅਸੀਂ ਇਤਿਹਾਸ ਵੱਲ ਜੇ ਅਸੀਂ ਝਾਤੀ ਮਾਰੀਏ ਤਾਂ ਕਈਆਂ ਸਿੰਘਾਂ ਦੇ, ਵੱਡੇ ਸਿੰਘਾਂ ਦੇ ਨਾਂ ਆਉਂਦੇ ਆ ਜਿਨ੍ਹਾਂ ਨੇ ਇੱਦਾਂ ਦੇ ਜਿਹੜੇ ਕਾਰਜ ਕੀਤੇ ਆ। ਅਕਾਲੀ ਫੂਲਾ ਸਿੰਘ ਵਰਗੇ ਜਿਹੜੇ ਸਿੰਘ ਆ, ਜਿਹਨਾਂ ਦੀ ਤੁਸੀਂ ਫੋਟੋ ਵੀ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਅਕਾਲੀ ਫੂਲਾ ਸਿੰਘ ਜੀ ਨੇ ਵੀ ਇੱਦਾਂ ਦੇ ਜਿਹੜੇ ਕਾਰਜ ਕੀਤੇ ਸੀ। ਇਤਿਹਾਸ ਦੇ ਵਿੱਚ ਉਹਨਾਂ ਦੇ ਹਵਾਲੇ ਆਉਂਦੇ ਆ ਕਿ ਕਿਸ ਤਰ੍ਹਾਂ ਤੈਮੂਰ ਖਾਂ ਤੇ ਹੋਰ ਲੋਕਾਂ ਦੇ ਸਮਿਆਂ 'ਤੇ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਭੇਜ ਕੇ ਉਹਨਾਂ ਨੇ ਜਿਹੜਾ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਤੇ ਕਈ ਵਾਰੀ ਮੁਸਲਮਾਨਾਂ ਲੜਕੀਆਂ ਨੂੰ ਵੀ ਬਚਾਉਣ ਵਾਸਤੇ ਭੇਜਿਆ। ਬਾਬਾ ਦੀਪ ਸਿੰਘ ਜੀ ਵਰਗੇ ਯੋਧਿਆਂ ਵੱਲ ਜੇ ਆਪਾਂ ਦੇਖੀਏ ਤਾਂ ਬਾਬਾ ਦੀਪ ਸਿੰਘ ਜੀ ਨੇ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਸੀ। ਅਹਿਮਦ ਸ਼ਾਹ ਅਬਦਾਲੀ ਨੂੰ ਰਿਵਰ ਮਰਖੰਡਾ ਦੇ ਉੱਤੇ ਉਹਨਾਂ ਨੇ ਲੜਿਆ ਜੰਗ ਉਹਨਾਂ ਨਾਲ, ਤੇ ਉਹਨਾਂ ਕੋਲੋਂ ਜਿਹੜੇ ਉਹਨਾਂ ਨੇ ਇੰਨੇ ਸਾਰੇ ਲੜਕੀਆਂ ਨੂੰ ਤੇ ਇੰਨੇ ਸਾਰੇ ਜਿਹੜਾ ਸੋਨਾ ਪੈਸਾ, ਤੀਰਥਾਂ ਦੇ ਜਿਹੜੇ ਸੋਨੇ ਸੀਗੇ, ਸਾਰਾ ਕੁਝ ਲੁੱਟ ਕੇ ਲਿਆ ਕੇ ਫਿਰ ਦੁਬਾਰਾ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਦੇ ਸਿੰਘਾਂ ਨੇ ਜਾ ਕੇ ਫਿਰ ਦੁਬਾਰਾ ਉਹਨਾਂ ਨੇ ਭੇਜਿਆ। ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਬੰਦੀ ਧੰਨ ਬਾਬਾ ਦੀਪ ਸਿੰਘ ਜੀ ਦੀ ਜਦੋਂ ਵੀ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਉਸ ਦਾ ਇਤਿਹਾਸ ਦੇ ਵਿੱਚੋਂ ਹਵਾਲਾ ਇਹੀ ਮਿਲਦਾ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮਰਿਆਓ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਆ ਉਹਨਾਂ ਨੇ ਕਰ ਦਿਖਾਲੀ, ਬਿਨਾਂ ਸੀਸ ਤੋਂ ਇਸ ਤਰ੍ਹਾਂ ਦਾ ਜੰਗ ਲੜਿਆ ਜਿਹੜਾ ਹੁਣ ਦੁਨੀਆ ਦੇ ਵਿੱਚ ਇੱਕ ਮਿਸਾਲ ਬਣ ਚੁੱਕੀ ਆ। ਅੱਗੇ ਦੇਖੀਏ ਤਾਂ ਦਲ ਖਾਲਸਾ ਦੇ ਮੁਖੀ ਨਵਾਬ ਕਪੂਰ ਸਿੰਘ ਨੇ ਵੀ ਨਾਦਰ ਸ਼ਾਹ ਨੂੰ ਰੋਕਿਆ ਸੀ। ਅਨਖੋਰ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਆ ਅੱਜ ਕੱਲ੍ਹ, ਚਨਾਬ ਰਿਵਰ ਦੇ ਲਾਗੇ ਉਹਨਾਂ ਨੇ ਬਾਹਰ ਕੱਢਿਆ ਸੀ। ਉਹਨਾਂ ਨੇ ਨਾਦਰ ਸ਼ਾਹ ਨੂੰ ਬਾਹਰ ਕੱਢਿਆ ਸੀ ਇੰਡੀਆ ਦੇ ਵਿੱਚੋਂ ਇਹੋ ਜਿਹੇ ਸਮੇਂ ਦੇ ਵਿੱਚ। ਸੋ ਦਿਸ ਇਜ਼ ਰੀਅਲੀ ਵਾਟ ਆਰ ਹਿਸਟਰੀ ਇਜ਼ ਅਬਾਊਟ। ਸਿੱਖਾਂ ਨੇ, ਜਦੋਂ ਵੀ ਤੁਸੀਂ ਸਿੱਖਾਂ ਦੀ ਹਿਸਟਰੀ ਪੜ੍ਹੋ ਤਾਂ ਜ਼ਿਆਦਾਤਰ ਜਿਹੜੇ ਸਾਡੀ ਮੇਨ ਕੁਰਬਾਨੀਆਂ ਆ ਕਿਸੇ ਹੋਰ ਕਰਕੇ ਸਿੱਖੀਆਂ। ਅਸੀਂ ਜੇ ਕਿਸੇ ਵੱਲ ਵੀ ਆਪਾਂ ਦੇਖੀਏ, ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਵਾਸਤੇ ਸ਼ਹੀਦੀ ਪਾਈ ਸੀ। ਹੋਰ ਅੱਗੇ ਜੇ ਆਪਾਂ ਦੇਖੀਏ ਤਾਂ ਇੱਦਾਂ ਦੇ ਜਿਹੜੇ ਕਈ ਸਿੱਖ ਯੋਧੇ ਆ, ਸਿੱਖ ਨੌਜਵਾਨ ਸੀਗੇ, ਸਿੱਖ ਬਜ਼ੁਰਗ ਸੀਗੇ, ਸਿੱਖ ਭੈਣਾਂ ਸੀਗੀਆਂ, ਕਾਫੀ ਇੱਦਾਂ ਦੀ ਜਿਹੜੀਆਂ ਚੀਜ਼ਾਂ ਆਉਂਦੀਆਂ ਸਾਹਮਣੇ ਜਿੱਥੇ ਸਿੱਖਾਂ ਨੇ ਦੂਜਿਆਂ ਵਾਸਤੇ ਸ਼ਹੀਦੀਆਂ ਪਾਈਆਂ। ਇੱਕ ਜਿਹੜੀ ਆ ਚੀਜ਼ ਦੱਸੀ ਜਾਂਦੀ ਹੈ ਸਿੱਖਾਂ ਬਾਰੇ ਕਿ ਵੀ ਆਰ ਸਪਿਰਿਟ ਬੋਰਨ ਪੀਪਲ। ਅਸੀਂ ਇੱਕ ਕਿਸਮ ਦਾ ਅਸੀਂ ਪਤਾ ਨਹੀਂ ਕਿੱਧਰੋਂ ਅਸੀਂ ਜੰਮ ਪੈਂਦੇ ਹਾਂ, ਪਰ ਜਦੋਂ ਅਸੀਂ ਜੰਮਦੇ ਹਾਂ ਫਿਰ ਅਸੀਂ ਜਾਂਦੇ ਛੇਤੀ ਨਹੀਂ ਆ। ਇੱਕ ਗੋਰਿਆਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ ਗੋਰਿਆਂ ਦੇ ਸਮਿਆਂ ਦੇ ਉੱਤੇ, ਤੁਸੀਂ ਸਰ ਈ ਜੈਂਕਿੰਸ ਦੀ ਵੀ ਤੁਸੀਂ ਜਿਹੜੀ ਆ ਆਟੋਬਾਇਓਗ੍ਰਾਫੀ ਤੁਸੀਂ ਪੜ੍ਹ ਸਕਦੇ ਆ। ਸਰ ਈ ਜੈਂਕਿੰਸ ਇਜ਼ ਵੈਰੀ ਕਲੀਅਰਲੀ highlighted this, that the Sikhs are spirit born people
that was so annoying. He used to say that they used to be so annoying that you didn't know where they would come from, but when they would turn around, then there would be nothing to stop them. And when they would ਜਿਸ ਗੱਲ ਤੇ ਉਹਨਾਂ ਨੇ ਅੜ ਜਾਣਾ ਉਸੇ ਗੱਲ ਤੇ ਫਿਰ ਉਹਨਾਂ ਨੇ ਜਿਹੜਾ ਆ ਉਹ ਰਹਿਣਾ। ਸੋ ਇਹ ਸਾਡਾ ਵਿਰਸਾ ਸੀਗਾ। ਤੈਮੂਰ ਖਾਨ ਨੇ ਵੀ ਕੋਸ਼ਿਸ਼ ਕੀਤੀ ਸੀ, ਉਸ ਵੇਲੇ ਵੀ ਸਿੰਘਾਂ ਨੇ ਉਹਨੂੰ ਭਜਾਇਆ ਸੀਗਾ। ਸੋ ਕਾਫੀ ਵੱਡੇ ਲੋਕਾਂ ਨੇ, ਵੱਡੇ ਰਾਜੇ ਇੰਡੀਆ ਦੇ ਵਿੱਚ ਆ ਕੇ ਉਹਨਾਂ ਨੇ ਲੁੱਟ ਖਸੁੱਟ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ 12 ਵਜੇ ਜਾ ਕੇ ਸਿੰਘਾਂ ਨੇ ਫਿਰ ਜਾ ਕੇ ਉਹ ਚੀਜ਼ਾਂ ਦਾ ਬਦਲਾ ਲਿਆ। ਸਿੰਘਾਂ ਦਾ ਵੈਸੇ ਜੇ ਅਸੀਂ ਦੇਖੀਏ ਤਾਂ ਇਤਿਹਾਸ ਵੱਲ ਦੇਖੀਏ, ਕਈ ਇਤਿਹਾਸਿਕ ਤੱਥ ਮਿਲਦੇ ਆ ਕਿ ਸਿੰਘਾਂ ਦਾ ਜਿਹੜਾ ਅਸਲ ਦੇ ਵਿੱਚ ਅੰਮ੍ਰਿਤ ਵੇਲਾ ਹੁੰਦਾ ਸੀ ਉਹ ਠੀਕ 12 ਵਜੇ ਹੁੰਦਾ ਸੀ, ਅਤੇ ਠੀਕ 12 ਵਜੇ ਦੇ ਉੱਤੇ ਜਾਗ ਕੇ ਫਿਰ ਉਹ ਜਾਂਦੇ ਸੀ ਲੋਕਾਂ ਨੂੰ ਬਚਾਉਣ ਵਾਸਤੇ, ਮੁਗਲਾਂ ਕੋਲੋਂ ਲੋਕਾਂ ਨੂੰ ਬਚਾਉਣ ਵਾਸਤੇ। ਸੋ ਇੱਕ ਕਿਸਮ ਦਾ ਇਹ ਸਿੱਖਾਂ ਦਾ ਇੱਕ ਬਹਾਦਰੀ ਦੀ ਨਿਸ਼ਾਨੀ ਆ। ਅੱਜ ਕੱਲ੍ਹ ਲੋਕਾਂ ਨੇ ਇਸ ਗੱਲ ਦਾ ਮਜ਼ਾਕ ਉਡਾਇਆ, ਸਾਡੇ ਵਿਰਸੇ ਦਾ ਮਜ਼ਾਕ ਉਡਾਇਆ ਲੋਕਾਂ ਨੇ। ਦਸਤਾਰਾਂ ਬਣ ਕੇ ਲੋਕੀ ਫਿਰ ਪੱਬ ਨੂੰ ਜਾਂਦੇ ਆ, ਫਿਰ ਦਸਤਾਰਾਂ ਦੇ ਉੱਪਰ ਬੋਤਲਾਂ ਰੱਖ ਕੇ ਅਸੀਂ ਨੱਚਦੇ ਆ। ਇਹ ਸਾਡਾ ਹੁਣ ਵਿਰਸਾ ਜਿਹੜਾ ਖਰਾਬ ਕੀਤਾ ਆ। ਸਾਡਾ ਸਹੀ ਵਿਰਸਾ ਕੀ ਆ ਉਹ ਅਸੀਂ ਤੁਹਾਨੂੰ ਦਿਖਾਲਦੇ ਆ। ਇੱਕ ਵੀਡੀਓ ਤੁਹਾਡੇ ਵਾਸਤੇ ਤਿਆਰ ਆ ਜਿਹਦੇ ਵਿੱਚ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਜਿਹੜੇ ਕਵਿਸ਼ਰੀ ਜਥਾ ਆ ਉਹਨਾਂ ਨੇ ਇੱਕ ਬਹੁਤ ਸੋਹਣਾ ਕਵਿਸ਼ਰੀ ਜਿਹੜੀ ਆ ਗਾਈ ਸੀ ਉਹਨਾਂ ਨੇ ਸਮਾਗਮ ਦੇ ਵਿੱਚ, ਜਿਹਦਾ ਨਾਂ ਉਹਨਾਂ ਨੇ ਵੀ ਰੱਖਿਆ ਸੀ ਵਿਰਸਾ ਸਾਡਾ ਅਮੀਰ ਆ। ਸੋ ਉਹ ਅਸੀਂ ਪਹਿਲਾਂ ਦੇਖਦੇ ਹਾਂ ਅਤੇ ਫਿਰ ਇਸ ਕਾਫਲੇ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਜੱਗ 'ਚ ਪੰਜਾਬੀਆਂ ਦੀ ਪੱਗ ਹੀ ਪਛਾਣ ਹੈ, ਤਲੀ ਉੱਤੇ ਸੀਸ ਤਾਵੀ ਜਿਸਮ 'ਚ ਜਾਨ ਹੈ, ਤਲੀ ਉੱਤੇ ਸੀਸ ਤਾਵੀ ਜਿਸਮ 'ਚ ਜਾਨ ਹੈ। ਦੀਪ ਸਿੰਘ ਜੀ ਦੀ ਹਰ ਘਰ ਤਸਵੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਜੱਗ 'ਚ ਪੰਜਾਬੀਆਂ ਦੀ ਪੱਗ ਹੀ ਪਛਾਣ ਹੈ, ਤਲੀ ਉੱਤੇ ਸੀਸ ਤਾਵੀ ਜਿਸਮ 'ਚ ਜਾਨ ਹੈ, ਤਲੀ ਉੱਤੇ ਸੀਸ ਤਾਵੀ ਜਿਸਮ 'ਚ ਜਾਨ ਹੈ। ਦੀਪ ਸਿੰਘ ਜੀ ਦੀ ਹਰ ਘਰ ਤਸਵੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਸੱਦਿਆ ਹੈ ਚਾਰ ਸਾਡਾ ਗੜੀ ਚਮਕੌਰ ਦੀ, ਉਬਲਦੀ ਦੇਗ ਲੋਹਾ ਸੜਦੀ ਲਾਹੌਰ ਦੀ, ਉਬਲਦੀ ਦੇਗ ਲੋਹਾ ਸੜਦੀ ਲਾਹੌਰ ਦੀ। ਪੰਜਵੇਂ ਗੁਰਾਂ ਦਾ ਜਿੱਥੇ ਸੜਿਆ ਸਰੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਜੋਰਾਵਰ ਫਤਿਹ ਸਿੰਘਾ ਅਜ਼ੀਤ ਤੇ ਜ਼ੁਜ਼ਾਰ ਨੂੰ ਚੁੱਕਦਾ ਹੈ ਸਿਰਾ, ਸਰਹੰਦ ਦੀ ਦੀਵਾਰ ਨੂੰ ਚੁੱਕਦਾ ਹੈ ਸਿਰਾ, ਸਰਹੰਦ ਦੀ ਦੀਵਾਰ ਨੂੰ। ਜਿਹਦੇ 'ਚ ਖਲੋ ਕੇ ਖਣੀ ਸਾਡੀ ਤਕਦੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਵਿਸਾਖੀ ਵਾਲੇ ਦਿਨ ਗੁਰਾਂ ਵਿਸਾਖੀ ਵਾਲੇ ਦਿਨ ਗੁਰਾ ਖਾਲਸਾ ਸਜਾਇਆ ਸੀ, ਉਸ ਵੇਲੇ ਚਿੜੀ ਕੋਲੋਂ ਬਾਜ ਮਰਵਾਇਆ ਸੀ, ਉਸ ਵੇਲੇ ਚਿੜੀ ਕੋਲੋਂ ਬਾਜ ਮਰਵਾਇਆ
ਯਾਦ ਕਰਵਾਓ ਧਨ ਪੁੱਤਰਾਂ ਦੇ ਦਾਨੀ ਤੋਂ। ਸਾਡੇ ਗਲੋਂ ਤੋੜੀ ਜਿੰਨੇ ਜ਼ੁਲਮੀ ਜੰਜੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਟੋਟੇ ਟੋਟੇ ਹੋਏ ਕਦੇ ਸਾਡੇ ਆ ਭਰਾਵਾਂ ਦੇ ਹੋ। ਟੋਟੇ ਟੋਟੇ ਹੋਏ ਕਦੇ ਸਾਡੇ ਆ ਭਰਾਵਾਂ ਦੇ, ਵੇਖੋ ਕਿੱਡੇ ਹੌਸਲੇ ਸੀ ਅਸਾਂ ਦੀਆਂ ਮਾਵਾਂ ਦੇ, ਵੇਖੋ ਕਿੱਡੇ ਹੌਸਲੇ ਸੀ ਅਸਾਂ ਦੀਆਂ ਮਾਵਾਂ ਦੇ। ਓ ਨੇਜਿਆਂ ਤੇ ਟੰਗੇ ਸੋਲੇ ਫੁੱਲਾਂ ਤੋਂ ਸਰੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਜ਼ੱਲਿਆਂ ਦੇ ਬਾਗ ਵਿੱਚ ਜ਼ੱਲਿਆਂ ਦੇ ਬਾਗ ਵਿੱਚ ਗੋਲੀਆਂ ਦੇ ਦਾਗ ਨੇ, ਜਿਸ ਥਾਂ ਪੰਜਾਬਣਾਂ ਦੇ ਉਜੜੇ ਸੁਹਾਗ ਨੇ, ਜਿਸ ਥਾਂ ਪੰਜਾਬਣਾਂ ਦੇ ਉਜੜੇ ਸੁਹਾਗ ਨੇ। ਓ ਸੰਭਲੋ ਅਮਰ ਇਹ ਤਾਂ ਕੀਮਤੀ ਜਗੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਅਮੀਰ ਹੈ। ਵਾਕਈ ਸੰਗਤ ਜੀ, ਦੁਨੀਆ ਦੇ ਨਾਲੋਂ ਸਾਡਾ ਵਿਰਸਾ ਬਹੁਤ ਜ਼ਿਆਦਾ ਅਮੀਰ ਆ। ਸਾਨੂੰ ਇਸ ਗੱਲਾਂ ਤੇ ਸਾਨੂੰ ਗੌਰ ਕਰਨੀਆਂ ਚਾਹੀਦੀਆਂ ਕਿ ਅੱਜ ਸਾਡਾ ਵਿਰਸਾ ਇਦਾਂ ਦਾ ਕਿਉਂ ਨਹੀਂ। ਅੱਜ ਸਾਡਾ ਵਿਰਸਾ ਕਿਉਂ ਨਸ਼ਿਆਂ ਦੇ ਵਿੱਚ, ਕਿਉਂ ਐਲਕੋਹਲ ਦੇ ਵਿੱਚ, ਕਿਉਂ ਭੰਗੜੇ ਦੇ ਗਾਣਿਆਂ ਦੇ ਵਿੱਚ ਮਸ਼ਹੂਰ ਆ। ਅੱਜ ਕੱਲ੍ਹ ਬਾਹਰ ਜੇ ਤੁਸੀਂ ਦੇਖੋ ਦੁਨੀਆ ਦੇ ਵਿੱਚ, ਤਾਂ ਉਹਨਾਂ ਨੂੰ ਪੁੱਛੋ ਕਿ ਪੰਜਾਬੀ ਬਾਰੇ ਤੁਹਾਨੂੰ ਕੀ ਪਤਾ, ਉਹ ਕਹਿੰਦੇ ਉਹ ਭੰਗੜਾ ਕਰਦੇ ਆ। ਕਦੋਂ ਉਹ ਵੇਲਾ ਹੁੰਦਾ ਸੀ ਜਦੋਂ ਉਹ ਕਹਿੰਦੇ ਸੀ ਕਿ ਪੰਜਾਬੀਆਂ ਬਾਰੇ ਕੀ ਪਤਾ, ਉਹ ਕਹਿੰਦੇ ਸੀ ਸਭ ਤੋਂ ਵੱਡੇ ਯੋਧੇ ਆ। ਗੂਗਲ ਤੇ ਤੁਸੀਂ ਜਾਓ ਤੇ ਪਾਓ ਉਹਦੇ ਵਿੱਚ ਬਰੇਵੈਸਟ ਕਮਿਊਨਿਟੀ ਇਨ ਦਾ ਵਰਲਡ, ਤਾਂ ਸਭ ਤੋਂ ਪਹਿਲਾਂ ਸਿੰਘਾਂ ਦਾ ਨਾਂ ਆਉਂਦਾ ਆ। ਸੋ ਸਿੱਖਾਂ ਦਾ ਜਿਹੜਾ ਨਾਂ ਆ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਸਰਵਉੱਚ ਆਉਂਦਾ। ਪਰ ਅੱਜ ਕੱਲ੍ਹ ਅਸੀਂ ਇਹ ਗੱਲ ਨੂੰ ਕਿਉਂ ਭੁੱਲ ਗਏ ਆ? ਅਸੀਂ ਇਹ ਗੱਲ ਨੂੰ ਕਿਉਂ ਨਹੀਂ ਅੱਗੇ ਤੋਰਦੇ ਆ? ਅਸੀਂ ਇਹ ਗੱਲ ਨੂੰ ਛੱਡ ਦਿੱਤੀ ਆ। ਅਸੀਂ ਕਹਿੰਦੇ ਪੁਰਾਣੇ ਸਮਿਆਂ ਦੀ ਗੱਲ ਆ, ਇਹ ਵਾਪਸ ਨਹੀਂ ਆਊਗਾ। ਇਹ ਵਾਪਸ ਤਾਂ ਹੀ ਆਊਗਾ ਜੇ ਅਸੀਂ ਉਹਨਾਂ ਸਿੰਘਾਂ ਵਰਗੇ ਅਸੀਂ ਬਣੀਏ, ਅਕਾਲੀ ਫੂਲਾ ਸਿੰਘ ਵਰਗੇ ਬਣੀਏ, ਅਸੀਂ ਨਵਾਬ ਕਪੂਰ ਸਿੰਘ ਵਰਗੇ ਬਣੀਏ, ਜਿਨ੍ਹਾਂ ਨੇ ਨਵਾਬੀ ਲੈਣ ਤੋਂ ਬਾਅਦ ਵੀ ਉਹਨਾਂ ਨੇ ਇੰਨੀ ਹਿਊਮਿਲਿਟੀ ਦਿਖਾਈ ਕਿ ਪੁੱਛਣ ਦੀ ਕੋਈ ਗੱਲ ਨਹੀਂ। ਬਾਬਾ ਦੀਪ ਸਿੰਘ ਜੀ ਵਰਗੇ ਬਣੀਏ, ਜਿਨ੍ਹਾਂ ਨੇ ਹਰੇਕ ਦਿਨ ਆਪਣੇ ਨਿਤਨੇਮ ਦੇ ਵਿੱਚ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ ਸੀ। ਇੱਦਾਂ ਦੇ ਅਸੀਂ ਸਿੱਖ ਬਣੀਏ ਜਿਨ੍ਹਾਂ ਨੇ ਆਪਣਾ ਟਾਈਮ ਖਰਾਬ ਨਾ ਕਰੋ। ਅਸੀਂ ਇਸ ਦੁਨੀਆ ਦੇ ਉੱਤੇ ਆਏ ਆ, ਜਗ ਸੁਪਨੇ ਜਿਉ ਜਾਣ। ਇਹ ਜਗ ਜਿਹੜਾ ਹੈ ਸੁਪਨਾ ਆ, ਇਹ ਪਤਾ ਨਹੀਂ ਕਦੋਂ ਸਾਡਾ ਖਤਮ ਹੋ ਜਾਣਾ ਇੱਥੇ ਟਾਈਮ। ਸੋ ਸਾਨੂੰ ਪਹਿਲਾਂ ਹੀ ਜਿਹੜਾ ਭਗਤੀ ਦੇ ਵਿੱਚ ਸਾਨੂੰ ਜਿਹੜਾ ਜ਼ਿਆਦਾ ਟਾਈਮ ਲਾਉਣਾ ਚਾਹੀਦਾ। ਸਿੱਖਿਆ ਗੁਰ ਵਿਚਾਰ ਦੇ ਵਿੱਚ ਸਾਡਾ ਟਾਈਮ ਰਹਿਣਾ ਚਾਹੀਦਾ। ਜੇ ਅਸੀਂ ਸਿੱਖ ਕਹਾਉਣਾ ਆਪਣੇ ਆਪ ਨੂੰ, ਅੱਜ ਕੱਲ੍ਹ ਬਹੁਤ ਤੁਰੇ ਫਿਰਦੇ ਆ ਸੋਸ਼ਲ ਮੀਡੀਆ 'ਤੇ ਆਮ ਜਨਤਾ ਦੇ ਵਿੱਚ ਜਿਹੜੇ ਕਹਿੰਦੇ ਆ ਅਸੀਂ ਸਿੱਖਿਆ। ਪਹਿਲਾਂ ਸਿੱਖ ਬਣ ਕੇ ਤਾਂ ਵੇਖੋ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸਿੱਖੀ ਅਸਲ ਦੇ ਵਿੱਚ ਹੈ ਕੀ ਆ। ਸਾਨੂੰ ਸਿੱਖੀ ਦਾ ਪਹਿਲਾਂ ਰੂਪ ਧਾਰਨਾ ਪਊਗਾ ਅਤੇ ਫਿਰ ਸਿੱਖੀ ਦੇ ਬਾਰੇ ਜਿਹੜੀ ਬਾਣੀ ਲਿਖੀ ਆ ਗੁਰੂ ਸਾਹਿਬ ਨੇ, ਸਿੱਖੀ ਦੇ ਬਾਰੇ ਜਿਹੜੇ ਸਾਡੇ ਇਤਿਹਾਸਕ ਪੁਸਤਕ ਆ ਉਹ ਸਾਨੂੰ ਪੜ੍ਹਨੇ ਪੈਣੇ ਆ। ਦੂਜੇ ਧਰਮਾਂ ਦੇ ਵੀ ਪੁਸਤਕ ਪੜ੍ਹਨੇ ਪੈਣੇ ਆ। ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸਿੱਖੀ ਅਤੇ ਦੂਜੇ ਧਰਮਾਂ ਦੇ ਵਿੱਚ ਫਰਕ ਕੀ ਆ। ਸੋ ਸਾਨੂੰ ਇਹੋ ਜਿਹੀ ਚੀਜ਼ਾਂ ਦੇ ਉੱਤੇ ਜ਼ਰੂਰ ਗੌਰ ਕਰਨਾ ਚਾਹੀਦਾ ਕਿ ਸਾਡਾ ਪੰਥ ਪਹਿਲਾਂ ਕੀ ਹੁੰਦਾ ਸੀ, ਅਸੀਂ ਕੀ ਬਣਾ ਦਿੱਤਾ ਸਾਡੇ ਪੰਥ ਨੂੰ। ਸੋ ਹੁਣ ਮੈਂ ਗੱਲ ਕਰਾਂ ਐਵੀਡੈਂਸ ਦੀ, ਤਾਂ ਸਰਦਾਰ
ਪੂਰਨ ਸਿੰਘ ਜੀ ਨੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਆ ਜਿਹਦਾ ਨਾਂ ਆ ਸਪਿਰਿਟ ਬੋਰਨ ਪੀਪਲ। ਉਸੇ ਚੀਜ਼ ਦਾ ਜਿਹੜਾ ਸਰ ਈ ਜੈਂਕਿੰਸ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਬਿਆਨ ਦਿੱਤਾ ਸੀ ਕਿ ਸਿੱਖ ਜਿਹੜੇ ਆ ਸਪਿਰਿਟ ਬੋਰਨ ਪੀਪਲ, ਉਸ ਦਾ ਸਹੀ ਜਵਾਬ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਦਿੱਤਾ, ਜਿਹਦੀ ਤੁਸੀਂ ਬੁੱਕ ਜਿਹੜੀ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ। ਕਿੰਨੀ ਵਧੀਆ ਕਿਤਾਬ ਆ ਜਿਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਕਲੀਅਰ ਕੀਤੀਆਂ, ਕਾਫੀ ਚੀਜ਼ਾਂ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਸਿੱਖੀ ਦੇ ਵਿੱਚ ਕਿਹੜੀਆਂ ਚੀਜ਼ਾਂ ਮੇਨ ਆ ਜਿਹੜੇ ਅੱਜ ਕੱਲ੍ਹ ਸਿੱਖਾਂ ਨੂੰ ਸੋਚਣੀਆਂ ਚਾਹੀਦੀਆਂ। ਇੱਕ ਬਹੁਤ ਵਧੀਆ ਚੈਪਟਰ ਆ ਦ ਸੋਰਡ ਆਫ ਗੁਰੂ ਗੋਬਿੰਦ ਸਿੰਘ ਜੀ, ਅਤੇ ਉਸ ਪਹਿਲੇ ਚੈਪਟਰ ਦੇ ਪਹਿਲੇ ਭਾਗ ਦੇ ਵਿੱਚ ਉਹਨਾਂ ਨੇ ਇਹੀ ਗੱਲ ਦੱਸੀ ਆ, ਐਵਰੀ ਸਿੱਖ ਇਜ਼ ਟੂ ਵੇਅਰ ਹਿਜ਼ ਸੋਰਡ, ਅਤੇ ਹਿਜ਼ ਦਾ ਜਿਹੜਾ ਕੈਪੀਟਲ ਆ ਉਹ ਕੈਪੀਟਲ ਹੇਠ ਆ, ਅਤੇ ਉਹਨਾਂ ਨੇ ਇਹ ਗੱਲ ਦੱਸੀ ਆ, ਐਵਰੀ ਸਿੱਖ ਇਜ਼ ਟੂ ਵੇਅਰ ਹਿਜ਼ ਸੋਰਡ not his own. Kirpan is a gift from the Guru. It is not an instrument for offense or defense. It is mind made intense by the love of the Guru. The Sikh is to have a sword-like mind. It is the visible sign of an intensively sensitive soul. ਉਹ ਜਿਹੜੀ ਰੂਹ ਜਿਹੜੀ ਲੋਕਾਂ ਦੀ ਹੈਲਪ ਕਰਨਾ ਚਾਹੁੰਦਾ ਹੋਵੇ, ਜਿਹੜਾ ਸਹੀ ਤਰੀਕੇ ਨਾਲ ਸੇਵਾ ਕਰਦਾ, ਭਾਈ ਕਨਈਏ ਜੀ ਵਾਂਗੂ ਨਿਸ਼ਕਾਮ ਸੇਵਾ ਕਰਦਾ, ਇਸ ਤਰ੍ਹਾਂ ਦਾ ਜਿਹੜਾ ਸੋਲ ਤੁਹਾਡਾ ਹੋਊਗਾ, ਫਿਰ ਹੀ ਤੁਹਾਡੀ ਜਿਹੜੀ ਕਿਰਪਾਨ ਪਾਉਣ ਦਾ ਫਾਇਦਾ ਆ। ਕਿਰਪਾਨ ਪਾ ਕੇ ਅਸੀਂ ਕਈ ਵਾਰੀ ਹੋਰ ਪੁੱਠੇ ਕੰਮ ਕਰਨ ਲੱਗ ਪੈਂਦੇ ਹਾਂ। ਅਸੀਂ ਗਾਤਰੇ ਪਾ ਕੇ ਅਸੀਂ ਲੋਕਾਂ ਨੂੰ ਤੰਗ ਕਰਦੇ ਹਾਂ, ਅਸੀਂ ਵੱਡੇ ਦਮਾਲੇ ਸਜਾ ਕੇ ਅਸੀਂ ਛੋਟੇ ਨਿਆਣਿਆਂ ਨੂੰ ਅਸੀਂ ਤੰਗ ਕਰਨ ਲੱਗ ਪੈਂਦੇ ਹਾਂ, ਜਿਹੜੇ ਆਪ ਹੀ ਸਿੱਖਿਆ ਉਹਨਾਂ ਦੇ ਦਸਤਾਰਾਂ ਲਾ ਦਿੰਦੇ ਆ। ਸੋ ਇਹ ਸਾਡੀ ਜਿਹੜੀ ਸਿੱਖੀ ਆ, ਇਹਦੇ ਵਿੱਚ ਤਾਂ ਬਾਬਾ ਦੀਪ ਸਿੰਘ ਜੀ ਦੇ ਵਿੱਚ ਕੀ ਫਰਕ ਆ? ਫਰਕ ਇੰਨਾ ਹੀ ਆ ਕਿ ਭਗਤੀ ਜਿਹੜੀ ਆ ਉਹਨਾਂ ਦੀ ਬਹੁਤ ਜ਼ਿਆਦਾ ਸੀ, ਅਕਾਲ ਪੁਰਖ ਦੇ ਉੱਪਰ ਕਿਰਪਾ ਸੀ ਉਹਨਾਂ ਦੀ। ਸੋ ਹੁਣ ਸਾਡੇ ਵਿੱਚ ਕਿਉਂ ਇਹ ਗੱਲ ਵਿਸਰ ਗਈ ਆ? ਸਾਡਾ ਜਿਹੜਾ ਵਿਰਸਾ ਆ, ਕਈ ਵਾਰੀ ਸਿਆਣੇ ਕਹਿੰਦੇ ਆ ਇੱਦਾਂ ਦੀਆਂ ਗੱਲਾਂ, ਕਈ ਵਾਰੀ ਲੋਕੀ ਦੱਸਦੇ ਹੁੰਦੇ ਆ ਕਿ ਤੁਸੀਂ ਸ਼ਹੀਦਾਂ ਸਿੰਘਾਂ ਵਰਗੇ ਨਹੀਂ ਬਣ ਸਕਦੇ ਆ, ਪਰ ਗੁਰੂ ਸਾਹਿਬ ਨੇ ਬੜੀ ਸਪਸ਼ਟ ਕਰਕੇ ਇਹ ਗੱਲ ਕਹੀ ਆ ਕਿ ਸਿੱਖ ਗੁਰੂ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਤਾਂ ਜਿਹੜਾ ਗੁਰੂ ਵੀ ਆ ਉਹ ਵੀ ਸਿੱਖ ਆ, ਅਤੇ ਜਿਹੜਾ ਸਿੱਖ ਆ ਉਹ ਵੀ ਗੁਰੂ ਆ। ਸੋ ਜਿਹੜਾ ਸਿੱਖ ਆ ਉਹ ਵੀ ਗੁਰੂ ਵਰਗਾ ਤਾਕਤ ਰੱਖਦਾ ਆ, ਬਸ ਉਹ ਤਾਕਤ ਨੂੰ ਜਗਾਉਣ ਦੀ ਲੋੜ ਹੁੰਦੀ ਆ। ਸੋ ਸਾਨੂੰ ਇਹ ਗੱਲ ਜਿਹੜੀ ਆ ਸਾਨੂੰ ਸਾਰਿਆਂ ਨੂੰ ਸੋਚਣੀ ਚਾਹੀਦੀ ਆ ਕਿ ਅੱਜ ਅਸੀਂ ਕਿਉਂ ਨਹੀਂ ਜਾਗਦੇ ਫਿਰਦੇ ਹਾਂ, ਕਿਉਂ ਅਸੀਂ ਸੁੱਤੇ ਪਏ ਹਾਂ ਇਹੋ ਜਿਹੇ ਮਾਹੌਲ ਦੇ ਵਿੱਚ। ਨਾਓ ਇਜ਼ ਦ ਟਾਈਮ। ਅਸੀਂ ਘਰ ਬੈਠੇ ਹਾਂ, ਆਰਾਮ ਨਾਲ ਅਸੀਂ ਬੈਠੇ ਹਾਂ ਕਰੋਨਾ ਵਾਇਰਸ ਕਰਕੇ, ਵੀ ਆਰ ਸਿਟਿੰਗ ਡਾਊਨ, ਵੀ ਆਰ ਰਿਲੈਕਸਿੰਗ, ਵੀ ਚਿਲਿੰਗ ਔਨ ਨੈਟਫਲਿਕਸ ਆਲ ਡੇ। ਕੁਛ ਹੋਰ ਵੀ ਕਰੋ, ਰਿਲੈਕਸੇਸ਼ਨ ਦੀ ਤਾਂ ਲੋੜ ਹੁੰਦੀ ਆ, ਬਟ ਲੈਟਸ ਟਰਾਈ ਐਂਡ ਡੂ ਸਮਥਿੰਗ ਅ ਬਿਟ ਮੋਰ ਪ੍ਰੋਡਕਟਿਵ ਐਜ਼ ਵੈਲ। ਸਾਡੇ ਕੋਲ ਟਾਈਮ ਹੁੰਦਾ, ਪੜ੍ਹਿਆ ਕਰੋ। ਈਵਨ ਇਫ ਯੂ ਡੋਂਟ ਵਾਂਟ ਟੂ ਰੀਡ ਬੁੱਕਸ, ਗੁਰਬਾਣੀ ਪੜ੍ਹੋ, ਇਤਿਹਾਸ ਪੜ੍ਹੋ ਆਪਣਾ, ਪਤਾ ਲੱਗੇ ਤੁਹਾਨੂੰ ਕਿ ਸਿੱਖੀ ਹੈ ਕੀ ਆ ਅਸਲ ਦੇ ਵਿੱਚ। ਕਿਉਂਕਿ ਜਦ ਤੱਕ ਤੁਹਾਨੂੰ ਸਿੱਖੀ ਬਾਰੇ ਕੁਛ ਨਹੀਂ ਪਤਾ, ਤੁਸੀਂ ਸਿੱਖ ਕਿਵੇਂ ਤੁਸੀਂ ਕਹਾ ਸਕਦੇ ਆ ਆਪਣੇ ਆਪ ਨੂੰ। ਸੋ ਇਟਸ ਰੀਅਲੀ ਇੰਪੋਰਟੈਂਟ ਐਟ ਦਿਸ ਟਾਈਮ ਕਿ ਅਸੀਂ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਗੌਰ ਕਰੀਏ। ਅੱਜ ਕੱਲ੍ਹ ਲੋਕ ਸਾਡੇ ਉੱਤੇ ਐਸੇ ਹੀ ਕਰਕੇ ਇੱਦਾਂ ਦੇ ਮਜ਼ਾਕ ਕਰ ਰਹੇ ਆ, 12 ਵਜੇ ਕਹਿ ਕੇ ਸਾਨੂੰ ਲੋਕੀ ਟਿੱਚਰਾਂ ਮਾਰਦੇ ਆ, ਐਸੇ ਹੀ ਕਰਕੇ, ਕਿਉਂਕਿ ਸਾਨੂੰ ਆਪ ਨਹੀਂ ਪਤਾ ਕਿ 12 ਵਜੇ ਦਾ ਇਤਿਹਾਸ ਕੀ ਆ। ਅਸੀਂ ਉਸ ਗੱਲ ਨੂੰ ਸਾਨੂੰ ਚੁੱਭ ਆਉਂਦੀ ਆ, we get annoyed when someone says something like that to us, ਪਰ ਕਿਉਂਕਿ ਸਾਨੂੰ ਆਪ ਨਹੀਂ ਪਤਾ ਉਹਦਾ ਮਤਲਬ ਕੀ ਆ। ਜੇ ਸਾਨੂੰ ਆਪ ਪਤਾ ਆ ਫਿਰ ਤਾਂ ਅਸੀਂ ਜਵਾਬ ਦੇਵਾਂਗੇ ਉਹਨਾਂ ਨੂੰ। ਸੋ ਇਸ ਕਰਕੇ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਪਹਿਲਾਂ ਸਾਡੇ ਤੋਂ ਸ਼ੁਰੂ ਹੁੰਦੀਆਂ ਆ। The Gore have this really interesting saying, and they say that anything that is born out of spite first comes from the person himself. Anything, ਜਿਹੜੀ ਵੀ ਚੀਜ਼ ਤੁਹਾਨੂੰ ਟਿੱਚਰ ਮਾਰਨ ਲਈ ਬਣੀ ਹੁੰਦੀ ਆ, ਉਹ ਚੀਜ਼ ਤੁਹਾਡੇ ਅਸਲ ਦੇ ਵਿੱਚ ਹੁੰਦੀ ਆ, ਅਤੇ ਉਹ ਟਿੱਚਰ ਇਸੇ ਕਰਕੇ ਬਣ ਜਾਂਦੀ ਆ ਕਿਉਂਕਿ ਉਹ ਗੱਲ ਜਿਹੜੀ ਆ ਤੁਹਾਨੂੰ ਚੁੱਭ ਜਾਂਦੀ ਆ। ਸੋ ਇਹ ਗੱਲ ਸਾਨੂੰ ਚੁੱਭਦੀ ਆ ਇਸ ਕਰਕੇ ਕਿਉਂਕਿ ਅੱਧਿਆਂ ਨੂੰ ਤਾਂ ਸਾਨੂੰ ਪਤਾ ਵੀ ਨਹੀਂ ਕਿ 12 ਵਜੇ ਦਾ ਅਸਲ ਦੇ ਵਿੱਚ ਸਹੀ ਇਤਿਹਾਸ ਕੀ ਆ, ਅਤੇ ਸਾਨੂੰ ਚੁੱਭਦੀ ਇਸ ਕਰਕੇ ਆ ਕਿਉਂਕਿ ਸਾਨੂੰ ਜਵਾਬ ਦੇਣਾ ਆਉਂਦਾ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਆ ਸਾਨੂੰ ਸੋਚਣੀਆਂ ਚਾਹੀਦੀਆਂ। ਇੱਕ ਜੇ ਅਸੀਂ ਉਦਾਹਰਨ ਦਈਏ, ਸੰਤ ਬਾਬਾ ਠਾਕੁਰ ਸਿੰਘ ਜੀ ਨੇ ਕਾਫੀ ਇੰਟਰਸਟਿੰਗ ਉਹਨਾਂ ਦੀ ਇੱਕ ਜਿਹੜੀ ਆ ਸਾਖੀ ਆ ਜਿਹਦੇ ਵਿੱਚ ਉਹ ਦੱਸਦੇ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ, ਕਈਆਂ ਨੇ ਇਹ ਜਿਹੜੀ ਸਟੋਰੀ ਦੱਸੀ ਆ, ਮੈਂ ਦੁਬਾਰਾ ਵੀ ਦੱਸੂੰਗਾ। ਕਾਨਪੁਰ ਦੇ ਵਿੱਚ ਉਹ ਗਏ ਤਾਂ ਕਾਨਪੁਰ ਦੇ ਵਿੱਚ ਇੱਕ ਸਮਾਗਮ ਸੀਗਾ, ਉੱਥੇ ਉਹਨਾਂ ਨੇ ਕਥਾ ਕੀਤੀ ਆ। ਬਾਅਦ 'ਚ ਕਾਫੀ ਅਮੀਰ ਪਰਿਵਾਰ ਉੱਥੇ ਆ ਕੇ
ਉਹਨਾਂ ਨੂੰ ਕਹਿੰਦੇ ਕਿ ਤੁਸੀਂ ਸਾਡੇ ਘਰ ਆ ਕੇ ਲੰਗਰ ਛਕੋ। ਜਦੋਂ ਘਰ ਆ ਕੇ ਲੰਗਰ ਉਹਨਾਂ ਨੇ ਛਕਿਆ ਤਾਂ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਉਹਨਾਂ ਦੇ ਘਰ ਵੱਲ ਦੇਖਿਆ ਤੇ ਉਹਨਾਂ ਨੇ ਆਲੇ ਦੁਆਲੇ ਦੇਖਿਆ, ਕਹਿੰਦੇ ਤੁਹਾਡੇ ਘਰ ਸ਼ਾਸਤਰ ਨਹੀਂ। ਤਾਂ ਉਹ ਕਹਿੰਦੇ ਕਿ ਜੀ ਅਸੀਂ ਨਹੀਂ ਰੱਖਦੇ, ਸਾਡਾ ਮਾਡਰਨ ਘਰ ਆ, ਸਾਡਾ ਮਾਡਰਨ ਜ਼ਮਾਨਾ ਹੈ, ਸ਼ਾਸਤਰਾਂ ਦੀ ਕੀ ਲੋੜ ਆ। ਤਾਂ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਕਾਫੀ ਵਧੀਆ ਜਵਾਬ ਉਹਨਾਂ ਨੂੰ ਦਿੱਤਾ। ਉਹ ਕਹਿੰਦੇ ਸੀ ਕਿ ਤੁਸੀਂ ਮੈਨੂੰ ਇਹ ਗੱਲ ਦੱਸੋ, ਜੇ ਤੁਹਾਡੇ ਉੱਤੇ ਕੋਈ ਚੜ੍ਹ ਕੇ ਆ ਗਿਆ, ਜੇ ਤੁਹਾਡੇ ਉੱਤੇ ਕੋਈ ਹਮਲਾ ਕਰੂਗਾ, ਤੁਸੀਂ ਟੀਵੀ ਫ੍ਰਿਜ ਚੱਕ ਕੇ ਮਾਰੋਗੇ ਉਹਨਾਂ ਦੇ? ਸੋ ਕਾਫੀ ਹਾਸੇ ਵਾਲੀ ਉਹਨਾਂ ਨੇ ਗੱਲ ਕਹੀ ਆ ਉਹਨਾਂ ਨੂੰ ਕਿ ਤੁਸੀਂ ਜੇ ਤੁਹਾਡੇ ਉੱਤੇ, ਜੇ ਤੁਸੀਂ ਆਪ ਤਿਆਰ ਬਰ ਤਿਆਰ ਹੈ ਨਹੀਂ, ਫਿਰ ਤੁਸੀਂ ਕਿਸ ਤਰ੍ਹਾਂ ਇੱਦਾਂ ਦੀਆਂ ਚੀਜ਼ਾਂ ਤੋਂ ਬਚਾਅ ਕਰ ਸਕਦੇ ਆ। ਸੋ ਇਫ ਐਨੀਵਨ ਟਰਾਈਜ਼ ਟੂ ਜੋਕ ਟੂ ਯੂ ਅਬਾਊਟ ਦਿਸ, ਇਹ ਹੁਣ ਗੱਲ ਦੀ ਨਿਚੋੜ ਆ। ਜੇ ਕੋਈ ਵੀ ਤੁਹਾਨੂੰ ਗੱਲ ਦੱਸੇ ਇੱਦਾਂ ਦੀਆਂ ਚੀਜ਼ਾਂ, the easiest answer you need to give them is the only reason why you exist is because we saved you. Very simple. ਇਹ ਬਹੁਤ ਸਿੰਪਲ ਗੱਲ ਆ, ਇਹ ਸਾਰੇ ਮੰਨਦੇ ਆ। ਮਰਹੱਟੇ ਜਿਹੜੇ ਸੀਗੇ, ਰਾਜਪੂਤ ਸੀਗੇ, ਉਹ ਆਪ ਭੱਜ ਕੇ ਗਏ। ਰਾਜਪੂਤ ਤੇ ਮਰਹੱਟੇ ਆਪ ਭੱਜ ਗਏ ਸੀ ਇਹਨਾਂ ਲੋਕਾਂ ਤੋਂ। ਸੋ ਇਹ ਚੀਜ਼ਾਂ ਨੂੰ ਸਾਨੂੰ ਪਤਾ ਹੋਣਾ ਚਾਹੀਦਾ। ਸੋ ਇਫ they couldn't do anything against the Mughals, ਹੁਣ ਤੁਸੀਂ ਸਿੰਘਾਂ ਸਾਹਮਣੇ ਕੀ ਕਰੋਗੇ? ਇਹ ਵੈਰੀ ਵੈਰੀ ਸਿੰਪਲ ਗੱਲ ਆ। ਇਸ ਗੱਲ ਨੂੰ ਜੇ ਤੁਸੀਂ ਲੈ ਕੇ ਤੁਸੀਂ ਲੋਕਾਂ ਨੂੰ ਜਵਾਬ ਦੇਣਗੇ ਤਾਂ ਫਿਰ ਹੀ ਇੱਦਾਂ ਦੀ ਜਿਹੜੀਆਂ ਗੱਲਾਂ ਆ ਉਹ ਕਲੀਅਰ ਹੋਣਗੀਆਂ। ਮਰਹੱਟੇ ਰਾਜਪੂਤ ਆਪ ਭੱਜ ਗਏ ਸੀਗੇ ਤੇ ਸਿੰਘਾਂ ਨੇ ਉਹਨਾਂ ਲੜਕਿਆਂ ਨੂੰ ਬਚਾਇਆ ਸੀ। ਇਹ ਸਾਡੇ ਚੀਜ਼ਾਂ ਦਿਮਾਗ ਦੇ ਵਿੱਚ ਰਹਿਣੀਆਂ ਚਾਹੀਦੀਆਂ। ਧੰਨਵਾਦ ਕਰਦਾ ਮੈਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਜੀ। ਪ੍ਰੋਗਰਾਮ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਲਾਈਕ ਦੇਣਾ, ਫੇਸਬੁੱਕ ਦੇ ਉੱਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਤੁਸੀਂ ਸਾਨੂੰ ਫੀਡਬੈਕ ਵੀ ਜ਼ਰੂਰ ਦਿਆ ਕਰੋ ਕਾਲ ਕਰਕੇ ਅਕਾਲ ਚੈਨਲ ਦੇ ਉੱਤੇ, ਤਾਂ ਕਿ ਸਾਨੂੰ ਪਤਾ ਹੋਵੇ ਜੇ ਕੋਈ ਸਵਾਲ ਤੁਸੀਂ ਕਰਨਾ ਚਾਹੁੰਦੇ ਆ, ਨੈਕਸਟ ਵੀਕ ਦਾ ਕੋਈ ਟੌਪਿਕ ਸਾਨੂੰ ਦੱਸਣਾ ਚਾਹੁੰਦੇ ਆ, ਉਹ ਵੀ ਜ਼ਰੂਰ ਦੱਸਿਆ ਕਰੋ। ਅਸੀਂ ਖੋਜ ਕਰਕੇ ਫਿਰ ਅਸੀਂ ਇਹ ਜਿਹੜਾ ਟੌਪਿਕ ਆ ਅਸੀਂ ਦੇਵਾਂਗੇ। ਨਾ ਮੈਂ ਕੋਈ ਵਿਦਵਾਨ ਆ, ਨਾ ਮੈਂ ਕੋਈ ਸਕਾਲਰ ਆ, ਪਰ ਸਿੱਖੀ ਦੇ ਉੱਤੇ ਸਾਨੂੰ ਜਿਹੜੀ ਗੱਲਾਂ ਕਰਨੀਆਂ ਚਾਹੀਦੀਆਂ। ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਮਿਲਦੇ ਤੁਹਾਨੂੰ ਅਗਲੇ ਵੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।